ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਉਪਰਾਲਾ 2020 ਲਰਨਿੰਗ ਪਲੱਸ ਕਿਡਜ਼ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਾਪ ਸਾਹਿਬ ਦੀ ਵਿਚਾਰ ਭਾਗ 16 ਦੀ ਵਾਰੀ ਹੈ ਜੀ, ਜਿਸ ਵਿੱਚ ਆਪਾਂ ਭਗਵਤੀ ਚੰਦ ਤਵ ਪ੍ਰਸਾਦ ਕਥਤੇ ਦਾ ਜਿਹੜਾ ਹੈ ਉਹ ਅੰਤਿਮ ਭਾਗ ਜਿਹੜਾ ਹੈ ਉਸ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਣਾ। आओ सब तो पहला उच्चारण वाल ध्यान दीजिए जी। निरुकत स्वरूप है, त्रिमुकत विभूत है, प्रभुगत प्रभा है, सुजुगत सुधा है, सदैवं स्वरूप है, अपेदी अनूप है, समस्तो पराज है, सदा सर्व साज है, समस्तुल सलाम है, सदैव अकाम है, निर्बाध स्वरूप है, अगाध अनूप है, ओंग आद रूप है, अनाद स्वरूप है, अनंगी अनामे त्रिभंगी त्रिकामे, त्रिवर्गं त्रिबाधे अगंजे अगाधे, सुभंग सर्व भागे सुसर्व अनुरागे, त्रिभुगत स्वरूप है, अछिज है, अछूत है, के नरकंग प्रणास है, पृथ्वीउल प्रवास है, निरुकत प्रभा है, सदैवं सदा है, विभुगत स्वरूप है, प्रजुगत अनूप है, निरुकत सदा है, विभुगत प्रभा है, अनुगत स्वरूप है, प्रजुगत अनूप है। निरुकत स्वरूप है, त्रिमुगत विभूत है, प्रभुगत प्रभा है, सुजुगत सुधा है। निरुकत स्वरूप स्वरूप ਦਾ ਅਸੀਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ। ਸਰੂਪ ਉਸ ਪਰਮਾਤਮਾ ਦਾ ਜਿਹੜਾ ਸਰੂਪ ਹੈ, ਜਿਹੜੀ ਹਸਤੀ ਹੈ ਉਹਦੀ। ਨਿਰਜਮਾ ਉਕਤ ਭਾਵ ਜਿਹਨੂੰ ਕੋਈ ਉਕਤ ਨਹੀਂ ਕਰ ਸਕਦਾ, ਭਾਵ ਬਿਆਨ ਨਹੀਂ ਕਰ ਸਕਦਾ, ਕਥਨ ਨਹੀਂ ਕਰ ਸਕਦਾ। ਨਿਰੁਕਤ ਨਿਰਜਮਾ ਉਕਤ, ਉਕਤ ਹੋ ਗਿਆ ਕਥਨ ਕਰਨਾ, ਬਿਆਨ ਕਰਨਾ। ਨਿਰੁਕਤ ਹੋ ਗਿਆ ਬਿਆਨ ਤੋਂ ਪਰੇ। ਤੇ ਉਹਦਾ ਜਿਹੜਾ ਸਰੂਪ ਹੈ, ਉਹਦੀ ਜਿਹੜੀ ਹਸਤੀ ਹੈ ਉਹ ਬਿਆਨ ਤੋਂ ਪਰੇ ਹੈ। ਤ੍ਰਿਮੁਕਤ ਤ੍ਰਿਮੁਕਤ ਵਿਭੂਤ ਹੈ। ਹੁਣ ਤ੍ਰਿਮੁਕਤ ਤਿੰਨਾਂ ਲੋਕਾਂ ਨੂੰ, ਮਾਤ ਲੋਕ, ਪਾਤਾਲ ਲੋਕ ਤੇ ਆਕਾਸ਼, ਯਾਨੀ ਕਿ ਧਰਤੀ, ਆਕਾਸ਼, ਪਾਤਾਲ, ਯਾਨੀ ਕਿ ਹਰ ਇੱਕ ਲੋਕ ਨੂੰ ਮੁਕਤੀ ਦੇਣ ਵਾਲਾ ਉਹ ਆਪ परमात्मा है, क्योंकि वो आप मुक्त है ना। ते विभूत है, विभूत जिवें कि असीं पहले विचार की थी, भाव बहुत ही कह सकते हैं कि कीमती है, भाव खजाना है, यानी कि वो तीनों ही लोकां नूं मुक्ति देने वाला एक खजाना है। प्रभुगत प्रभा है, प्रजमा भुगत जो भुगत तो परे है, प्रजमा भुगत भुगत तो परे। प्रभा भाव आभा उहदी जिहड़ी शोभा है, भाव जिवें दुनियावी तौर ते अगर कोई मनुख दी कह सकते हैं कि जिहड़ी शोभा है वो हमेशा लई अटल नहीं हुंदी, पर परमात्मा दी जिहड़ी शोभा है वो प्रभुगत प्रभाव, यानी कि वो ਜਿਹੜੀ ਕਹਿ ਸਕਦੇ ਹਾਂ ਉਹ ਅਜਿਹੀ ਵਡਿਆਈ ਵਾਲਾ ਹੈ, ਅਜਿਹੀ ਸ਼ੋਭਾ ਵਾਲੀ ਹੈ ਜੋ ਕਹਿ ਸਕਦੇ ਹਾਂ ਕਿਸੇ ਵੱਲੋਂ ਭੁਗਤੀ ਨਹੀਂ ਜਾ ਸਕਦੀ। ਭਾਵ ਉਸ ਨੂੰ ਕੋਈ ਇਹ ਨਹੀਂ ਕਿ 2-4 ਦਿਨਾਂ ਬਾਅਦ ਕੋਈ ਭੰਗ ਕਰ ਸਕਦਾ, ਨਹੀਂ। ਉਹ ਪ੍ਰਭੁਗਤ ਹੈ, ਭਾਵ ਹਮੇਸ਼ਾ ਲਈ ਜਿਹੜੀ ਹੈ ਉਹ ਅਟਲ ਹੈ, ਉਸ ਨੂੰ ਕੋਈ ਉਹਦੀ ਸ਼ੋਭਾ ਨੂੰ ਕੋਈ ਘਟਾ ਨਹੀਂ ਸਕਦਾ। ਸੁਜੁਗਤ ਸੁਦਾ ਹੈ, ਸੁਜੁਗਤ ਭਾਵ ਸੁਜਮਾ ਜੁਗਤ ਭਾਵ जुगती विच, सुधा है भाव हर एक वो जुगती विच है, ते हर एक जुगती विच कह सकते हैं सुधा भाव वो रस रूप है। सुधा हो गया रस, ते सुजुगत हो गया जुगती विच, ते हर एक जुगत विच, हर एक तरीके विच कह सकते हैं वो रस रूप होके आप विचर रहा है। सदैवं स्वरूप है, सदैवं सदैवं भाव हो गया हमेशा,
ਜਿਹਦਾ ਪਰਮਾਤਮਾ ਹੈ ਉਹਦਾ ਜਿਹੜਾ ਸਰੂਪ ਹੈ ਉਹ ਹਮੇਸ਼ਾ ਲਈ ਅਟਲ ਹੈ, ਸदैव ਹਮੇਸ਼ਾ ਲਈ ਹੈ। ਅਭੇਦੀ ਅਨੂਪ ਹੈ, ਭੇਦ ਤੋਂ ਰਹਿਤ ਹੈ, ਉਹਦਾ ਕੋਈ ਭੇਦ ਨਹੀਂ ਪਾ ਸਕਦਾ। ਅਨਜਮਾ ਊਪ, ਜਿਹਦੀ ਕੋਈ ਉਪਮਾ ਨਹੀਂ ਕਰ ਸਕਦਾ, ਉਪਮਾ ਤੋਂ ਰਹਿਤ ਅਨੂਪ, ਤੇ ਉਹ ਅਨੂਪ ਹੈ ਭਾਵ ਉਪਮਾ ਤੋਂ ਰਹਿਤ ਹੈ। ਸਮਸਤੋ ਪਰਾਜ ਹੈ, ਪਰਾਜ ਭਾਵ ਪਰਾਜੇ, ਜਿਵੇਂ ਕਿ ਹਰਾ ਦੇਣਾ, ਤੇ ਸਭ ਨੂੰ ਕਹਿ ਸਕਦੇ ਹਾਂ ਕਿ ਉਹ ਹਰਾਉਣ ਵਾਲਾ ਵੀ ਆਪ ਅਕਾਲ ਪੁਰਖ ਹੈ ਭਾਵ ਉਸ ਤੋਂ ਕੋਈ ਨਹੀਂ ਜਿੱਤ ਸਕਦਾ। ਸਮਸਤੋ ਹਰ ਇੱਕ ਨੂੰ ਉਹ ਹਰਾ ਸਕਦਾ ਹੈ। ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ, ਸਦਾ ਭਾਵ ਹਮੇਸ਼ਾ, ਸਰਬ ਭਾਵ ਸਭ ਨੂੰ, ਸਾਜ ਭਾਵ ਸਜਾਉਣ ਵਾਲਾ, ਸਥਾਪਿਤ ਕਰਨ ਵਾਲਾ, ਬਣਾਉਣ ਵਾਲਾ, ਸਭ ਨੂੰ, ਸਭ ਦੀ ਸਾਜਨਾ ਕਰਨ ਵਾਲਾ ਵੀ ਉਹ ਆਪ ਅਕਾਲ ਪੁਰਖ ਹੈ। ਸਮਸਤੁਲ ਸਲਾਮ ਹੈ, ਸਮਸਤੁਲ ਭਾਵ ਸਮਸਤ ਕਹਿ ਸਕਦੇ ਹਾਂ ਕਿ ਸਭ, ਹਰ ਇੱਕ ਜਗ੍ਹਾ ਤੇ ਕਹਿ ਸਕਦੇ ਹਾਂ। ਸਲਾਮ ਭਾਵ ਜੋ ਕਹਿ ਸਕਦੇ ਹਾਂ ਸਲਾਮਤ ਹੈ, ਕਿ ਹਮੇਸ਼ਾ, ਸਮਸਤ ਭਾਵ ਕਿੱਥੇ ਵੀ ਅਸੀਂ ਜਾਈਏ ਤੇ ਇਹ ਨਹੀਂ ਕਹਿ ਸਕਦੇ ਕਿ ਹਾਂ ਕਿ ਜੋ ਪਰਮਾਤਮਾ ਹੈ ਉਹ ਭੂਤਕਾਲ ਵਿੱਚ ਤੇ ਸੀਗਾ, ਆਉਣ ਵਾਲੇ ਸਮੇਂ ਵਿੱਚ ਨਹੀਂ ਹੋਏਗਾ, ਨਹੀਂ। ਸਮਸਤੁਲ ਕਿ ਹਰ ਇੱਕ ਸਮੇਂ, ਸਮਸਤੁਲ ਸਮਸਤ ਹਰ ਇੱਕ ਜਗ੍ਹਾ ਤੇ, ਭਾਵੇਂ ਅਸੀਂ ਗੱਲ ਕਰੀਏ ਭੂਤਕਾਲ ਦੀ ਜਾਂ ਅਸੀਂ ਗੱਲ ਕਰੀਏ ਮਾਤ ਲੋਕ ਦੀ, ਭਾਵ ਕਿਸੇ ਵੀ ਅਗਰ ਲੋਕ ਦੀ ਗੱਲ ਕਰੀਏ ਜਾਂ ਕਿਸੇ ਵੀ ਸਮੇਂ ਦੀ ਗੱਲ ਕਰੀਏ, ਸਮਸਤੁਲ ਸਲਾਮ ਹੈ, ਉਹ ਹਮੇਸ਼ਾ ਹੀ ਪਰਮਾਤਮਾ ਜਿਹੜਾ ਹੈ ਉਹ ਸਲਾਮਤ ਰਹਿਣ ਵਾਲਾ ਹੈ। ਸदैवल ਅਕਾਮ ਹੈ, ਸदैवल ਭਾਵ ਸदैव ਹੀ, ਹਮੇਸ਼ਾ ਹੀ ਉਹ ਅਕਾਮ ਹੈ ਭਾਵ ਕਾਮਨਾ ਤੋਂ ਰਹਿਤ ਹੈ। ਉਹ ਜਿਹੜਾ ਵੀ ਕਰਮ ਕਰਦਾ ਹੈ ਉਹਦੇ ਵਿੱਚ ਕਦੀ ਵੀ ਕੋਈ ਕਾਮਨਾ ਨਹੀਂ ਹੁੰਦੀ, ਹਮੇਸ਼ਾ ਕਾਮਨਾ ਤੋਂ ਰਹਿਤ ਰਹਿੰਦਾ। ਅਸੀਂ ਕਈ ਵਾਰ ਦੇਖਦੇ ਹਾਂ ਕਿ 2-4 ਦਿਨ ਕੋਈ ਚੰਗਾ ਕੰਮ ਕਰਕੇ ਫਿਰ ਉਹਦੀ ਕਹਿ ਸਕਦੇ ਹਾਂ ਕਿ ਉਹ ਆਪਣੀ ਅਸਲੀਅਤ ਦਿਖਾ ਦਿੰਦਾ, ਆਪਣਾ ਦਿਖਾ ਦਿੰਦਾ ਕਿ ਪਿੱਛੇ ਮਨੋਰਥ ਕੀ ਸੀਗਾ, ਤੇ ਫਿਰ ਆਪਣੀ ਕਹਿ ਸਕਦੇ ਹਾਂ ਕਿ ਜਿਹੜਾ ਵਿਸ਼ਵਾਸ ਹੈ ਉਹ ਆਪ ਹੀ ਖੋ ਦਿੰਦਾ ਹੈ। ਫਿਰ ਲੋਕਾਂ ਦਾ ਜਿਹੜਾ ਵਿਸ਼ਵਾਸ ਉੱਡ ਜਾਂਦਾ, ਅੱਛਾ ਇਹਦੇ ਪਿੱਛੇ ਇਹ ਮਕਸਦ ਸੀ, ਤਾਂ ਇਹ ਇੰਨਾ ਚੰਗਾ ਭਲਾ ਸਾਡੇ ਨਾਲ ਬਣ ਰਿਹਾ ਸੀਗਾ ਜਾਂ ਦੁਨਿਆਵੀ ਤੌਰ ਤੇ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਪਰ ਪਰਮਾਤਮਾ ਅਜਿਹਾ ਨਹੀਂ ਹੈ, ਉਹ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ। ਸदैवल ਭਾਵ ਹਮੇਸ਼ਾ, ਅਕਾਮ ਹੈ ਭਾਵ ਕਾਮਨਾ ਤੋਂ ਰਹਿਤ ਹੈ, ਉਹ ਹਮੇਸ਼ਾ ਨਿਸ਼ਕਾਮ ਹੋ ਕੇ ਸਭ ਲਈ ਇੱਕੋ ਜਿਹਾ ਵਰਤਾਵਾ ਜਿਹੜਾ ਹੈ ਉਹ ਕਰਦਾ ਹੈ। ਵਰਤਾਵਾ ਭਾਵ ਹਰ ਇੱਕ ਨਾਲ ਇੱਕੋ ਜਿਹਾ ਵਰਤਦਾ ਹੈ। ਨਿਰਬਾਧ ਸਰੂਪ ਹੈ, ਬਾਧ ਹੋ ਗਿਆ ਬਾਧਾ, ਰੁਕਾਵਟ, ਨਿਰਬਾਧ ਹੋ ਗਿਆ ਜਿਸ ਨੂੰ ਕੋਈ ਬਾਧਾ ਨਹੀਂ ਪਾ ਸਕਦਾ, ਉਹਦਾ ਜਿਹੜਾ ਸਰੂਪ ਹੈ ਉਹ ਨਿਰਬਾਧ ਹੈ ਭਾਵ ਉਸ ਵਿੱਚ ਕੋਈ ਰੁਕਾਵਟ ਨਹੀਂ ਹੈ, ਭਾਵ ਉਹ ਅਜਿਹੀ ਹਸਤੀ ਹੈ ਜੋ ਵੀ ਕੰਮ ਕਰੇਗਾ ਉਸ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ, ਉਸ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਅਗਾਧ ਅਨੂਪ ਹੈ, ਅਗਾਧ ਜੋ ਬਹੁਤ ਹੀ ਗੰਭੀਰ ਹੈ, ਬਹੁਤ ਹੀ ਡੂੰਘਾਈ ਵਾਲਾ ਹੈ, ਭਾਵ ਜਿਵੇਂ ਐਗਜ਼ਾਮਪਲ ਹਮੇਸ਼ਾ ਇਹਦਾ ਦਿੱਤਾ ਜਾਂਦਾ ਕਿ ਜਿਵੇਂ ਇੱਕ ਸਮੁੰਦਰ ਦੀ ਗਹਿਰਾਈ ਤੇ ਨਾਪੀ ਜਾ ਸਕਦੀ ਹੈ, ਪਰ ਜੋ ਪਰਮਾਤਮਾ ਹੈ ਉਹ ਕਿੰਨਾ ਗੰਭੀਰ ਹੈ, ਕਿੰਨਾ ਉਹਦਾ ਕਹਿ ਸਕਦੇ ਹਾਂ ਜਿਹੜਾ ਸੁਭਾਵ ਹੈ ਕਿੰਨਾ ਗਹਿਰਾਈ ਵਾਲਾ ਹੈ, ਉਸ ਨੂੰ ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਅਨੂਪ ਹੈ, ਅਨੂਪ ਪਹਿਲੇ ਵੀ ਆਇਆ ਸੀਗਾ, ਅਨਜਮਾ ਊਪ, ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇੰਨਾ ਸੋਹਣਾ ਹੈ, ਇੰਨਾ ਸੋਹਣਾ ਹੈ, ਉਹ ਉਪਮਾ ਤੋਂ ਰਹਿਤ ਹੈ, ਉਹਦੀ ਉਪਮਾ ਕੋਈ ਕਰ ਹੀ ਨਹੀਂ ਸਕਦਾ। ਓਮ ਆਦ ਰੂਪੈ, ਓਮ ਆਦ ਰੂਪੈ, ਓਮ ਆਦ ਰੂਪੈ। ਓਮ ਹੋ ਗਿਆ ਪਰਮ, ਸਭ ਤੋਂ ਉੱਤਮ, ਸਭ ਤੋਂ ਉੱਚਾ, ਤੇ ਆਦ ਅਸੀਂ ਪਹਿਲੇ ਵੀ ਪੜ੍ਹ ਚੁੱਕੇ ਹਾਂ, ਜਿਵੇਂ ਕਿ ਜਪਜੀ ਸਾਹਿਬ ਵਿੱਚ ਵੀ ਆਉਂਦਾ ਹੈ ਆਦ ਸੱਚ ਹੈ, ਸ਼ੁਰੂਆਤ ਤੋਂ ਹੀ। ਤੇ ਕਹਿ ਸਕਦੇ ਹਾਂ ਪਰਮਾਤਮਾ ਜਿਹੜਾ ਹੈ ਉਹ ਸਭ ਤੋਂ ਉੱਚਾ ਹੈ, ਓਮ ਹੈ ਸਭ ਤੋਂ ਉੱਚਾ ਯਾਨੀ ਕਿ ਪਰਮ ਹੈ, ਤੇ ਬ੍ਰਹਮ ਉਹੀ ਹੈ, ਹਰ ਇੱਕ ਗਿਆਨ ਉਸ ਤੋਂ ਹੀ ਆ ਰਿਹਾ, ਤੇ ਆਦ ਹੈ ਭਾਵ ਸ਼ੁਰੂਆਤ ਤੋਂ ਹੀ ਹੈ, ਰੂਪ ਹੈ ਭਾਵ ਉਹਦਾ ਜਿਹੜਾ ਸਰੂਪ ਹੈ। ਤੇ ਇੱਧਰ ਕਹਿ ਸਕਦੇ ਹਾਂ ਆਪਾਂ ਕਿ ਜੋ ਸਭ ਤੋਂ ਉੱਚਾ ਹੈ, ਜੋ ਸ਼ੁਰੂਆਤ ਤੋਂ ਹੈ, ਉਹਦਾ ਸਰੂਪ ਪਰਮਾਤਮਾ ਦਾ, ਉਹਦੀ ਵਡਿਆਈ ਕਰ ਰਹੇ ਕਿ ਜਿਹਦਾ ਸਰੂਪ ਓਮ ਆਦ ਰੂਪ ਹੈ ਭਾਵ ਸਭ ਤੋਂ ਉੱਚਾ ਤੇ ਸ਼ੁਰੂਆਤ ਵਾਲਾ ਸਰੂਪ ਭਾਵ ਹਸਤੀ। ਅਨਾਦ ਸਰੂਪ ਹੈ, ਅਨ ਜਮਾ ਆਦ, ਜਿਹਦਾ ਕੋਈ ਕਹਿ ਸਕਦੇ ਆ ਆਦ ਵੀ ਨਹੀਂ ਲੱਭਿਆ ਜਾ ਸਕਦਾ, ਭਾਵ ਸ਼ੁਰੂਆਤ ਵੀ ਨਹੀਂ ਲੱਭੀ ਜਾ ਸਕਦੀ। ਕਹਿਣ ਮਾਤਰ ਹੈ ਕਿ ਹਾਂ ਸ਼ੁਰੂਆਤ ਤੋਂ ਹੈ,
ਪਰ ਸ਼ੁਰੂਆਤ ਕਦੋਂ ਹੀ ਸੀ ਕੋਈ ਨਹੀਂ ਦੱਸ ਸਕਦਾ। ਤੇ ਅਜਿਹਾ ਸਰੂਪ ਹੈ, ਅਜਿਹੀ ਹਸਤੀ ਹੈ, ਅਨਾਦ ਸਰੂਪ ਹੈ, ਜਿਹਦਾ ਕਹਿ ਸਕਦੇ ਹਾਂ ਕੋਈ ਸ਼ੁਰੂਆਤੀ ਸਿਰਾ ਨਹੀਂ ਹੈ, ਕੋਈ ਸ਼ੁਰੂਆਤ ਨਹੀਂ ਦੱਸ ਸਕਦਾ। ਅਨੰਗੀ ਅਨਾਮੇ, ਅਨ ਜਮਾ ਅੰਗੀ, ਅਸੀਂ ਜਿਵੇਂ ਪੜ੍ਹਿਆ ਸੀਗਾ ਅਨੰਗ ਹੈ ਕਿ ਅੰਗਾਂ ਤੋਂ ਰਹਿਤ ਹੈ, ਸਰੀਰ ਤੋਂ ਰਹਿਤ ਹੈ। ਪਰਮਾਤਮਾ ਜਿਹੜਾ ਹੈ ਉਹ ਕਹਿ ਸਕਦੇ ਹਾਂ ਜੋ ਇਹ ਪੰਜ ਭੂਤਕ ਸਰੀਰ ਹੈ ਇਸ ਤੋਂ ਰਹਿਤ ਹੈ। ਅਨਾਮੇ ਜੋ ਕਹਿ ਸਕਦੇ ਹਾਂ ਨਾਮ ਤੋਂ ਰਹਿਤ ਹੈ, ਕੋਈ ਇੱਕ ਖਾਸ ਉਹਦਾ ਨਾਮ ਨਹੀਂ ਹੈ। ਤ੍ਰਿਭੰਗੀ, ਤ੍ਰਿਕਾਮੇ, ਤ੍ਰਿਭੰਗੀ, ਤਿੰਨੋਂ ਹੀ ਲੋਕਾਂ ਨੂੰ ਨਾਸ ਕਰਨ ਵਾਲਾ ਉਹ ਆਪ ਅਕਾਲ ਪੁਰਖ ਪਰਮਾਤਮਾ ਹੈ। ਤ੍ਰਿਕਾਮੇ, ਤੇ ਤਿੰਨਾਂ ਹੀ ਲੋਕਾਂ ਦੀ ਕਾਮਨਾਵਾਂ ਇੱਛਾਵਾਂ ਪੂਰੀਆਂ ਕਰਨ ਵਾਲਾ ਵੀ ਉਹ ਆਪ ਅਕਾਲ ਪੁਰਖ ਵਾਹਿਗੁਰੂ ਹੈ। ਤ੍ਰਿਭੰਗੀ, ਧਿਆਨ ਰੱਖਣਾ ਥੋੜਾ ਜਿਹਾ, ਤ੍ਰਿਭੰਗੀ ਤ੍ਰਿਕਾਮੇ। ਤ੍ਰਿਵਰਗੰ ਤ੍ਰਿਬਾਧੇ, ਜੋ ਪਰਮਾਤਮਾ ਹੈ ਤ੍ਰਿਵਰਗ ਵਿੱਚ ਕਹਿ ਸਕਦੇ ਹਾਂ, ਭਾਵ ਤਿੰਨਾਂ ਹੀ ਲੋਕਾਂ ਦੇ ਹਰ ਇੱਕ ਵਰਗ ਵਿੱਚ ਕਹਿ ਸਕਦੇ ਹਾਂ ਉਹ ਪਰਮਾਤਮਾ ਹੈ। ਹਰ ਇੱਕ ਅਵਸਥਾ ਵਿੱਚ ਉਹਦੀ ਜਿਹੜੀ ਹੋਂਦ ਹੈ ਇਹ ਮੌਜੂਦ ਹੈ। ਵੈਸੇ ਇਸ ਨੂੰ ਹੋਰ ਡਿਟੇਲ ਵਿੱਚ ਮੇਰੇ ਖਿਆਲ ਅਗਰ ਮੈਂ ਗਲਤ ਨਹੀਂ ਹਾਂ ਤੇ ਭਾਗ 3 ਵਿੱਚ ਦੱਸਿਆ ਗਿਆ ਸੀਗਾ। ਉਹਦੇ ਵਿੱਚ ਜਿਹੜਾ ਹੈ ਚੰਦ ਨੰਬਰ 32 ਹੈ। ਅਗਰ ਆਪ ਜੀ ਨੇ ਹੋਰ ਡਿਟੇਲ ਵਿੱਚ ਜਾਣਾ ਹੋਏ ਜਾਂ ਉਸ ਤੋਂ ਪਹਿਲੇ ਦੀ ਵੀਡੀਓਸ ਵਿੱਚ ਵੀ ਪੋਸੀਬਲ ਹੀ ਹੋਏਗਾ, ਇੱਕ ਵਾਰੀ ਆਪ ਜੋ ਉੱਥੇ ਦੇਖ ਸਕਦੇ ਹੋ। ਤੇ ਬਾਕੀ ਕਹਿ ਸਕਦੇ ਹਾਂ ਇੱਕ ਬਰੀਫ ਜਿਹੜਾ ਹੈ ਕਿ ਹਰ ਇੱਕ ਅਵਸਥਾ ਤ੍ਰਿਵਰਗੰ, ਹਰ ਇੱਕ ਅਵਸਥਾ ਵਿੱਚ ਜੋ ਪਰਮਾਤਮਾ ਹੈ ਉਹ ਮੌਜੂਦ ਹੈ, ਚਾਹੇ ਅਸੀਂ ਗੱਲ ਕਰੀਏ ਹੋਈ ਧਰਤੀ ਆਕਾਸ਼ ਤੇ ਪਾਤਾਲ ਦੀ। ਤੇ ਤ੍ਰਿਬਾਧੇ ਯਾਨੀ ਕਿ ਬਾਦ, ਜਿਵੇਂ ਹੁਣੇ ਅਸੀਂ ਪਿੱਛੇ ਵੀ ਪੜ੍ਹਿਆ ਸੀਗਾ, ਬਾਦ ਹੋ ਗਿਆ ਕਿਸ ਨੂੰ ਬੰਦ ਲੈਣਾ, ਤੇ ਜੋ ਪਰਮਾਤਮਾ ਹੈ ਨਾ ਕਿ ਕਹਿ ਸਕਦੇ ਹਾਂ ਰੋਕ ਕੇ ਰੱਖ ਲੈਣਾ। ਤੇ ਜੋ ਪਰਮਾਤਮਾ ਹੈ ਉਸਦੇ, ਕਿਉਂਕਿ ਉਸਦੇ ਅੰਡਰ ਹੀ ਇਹ ਪੂਰਾ ਕਹਿ ਸਕਦੇ ਹਾਂ ਸੰਸਾਰ ਹੈ, ਪੂਰੀ ਦੁਨੀਆ ਹੈ, ਤੇ ਹਰ ਇੱਕ ਜਿਹੜਾ ਹੈ ਉਹਦੇ ਦਾਇਰੇ ਵਿੱਚ ਹੈ। ਤੇ ਇਸ ਲਈ ਉਹ ਤ੍ਰਿਬਾਧੇ ਭਾਵ ਤਿੰਨੋਂ ਹੀ ਲੋਕਾਂ ਨੂੰ ਆਪਣੇ ਵਸ ਵਿੱਚ ਰੱਖਣ ਵਾਲਾ ਹੈ। ਤ੍ਰਿਬਾਧੇ ਉਹਨੂੰ ਮਤਲਬ ਕਿ ਤਿੰਨੋਂ ਲੋਕਾਂ ਨੂੰ ਆਪਣੇ ਵਿੱਚ ਉਹਨੇ ਬੱਝ ਕੇ ਰੱਖਿਆ ਹੋਇਆ ਹੈ, ਆਪਣੇ ਤੋਂ ਬਾਹਰ ਨਹੀਂ ਜਾਣ ਦਿੱਤਾ, ਭਾਵ ਪਰਮਾਤਮਾ ਦੇ ਕੰਟਰੋਲ ਵਿੱਚ ਹੀ ਇਹ ਸਾਰੇ ਤਿੰਨੋਂ ਲੋਕਾਂ ਦੇ ਜਿਹੜੇ ਜੀਵ ਹਨ। ਅਗੰਜੇ ਅਗਾਧੇ, ਅਗੰਜੇ ਜਿਹਨੂੰ ਕੋਈ ਗੰਜ ਨਹੀਂ ਸਕਦਾ, ਭਾਵ ਕੋਈ ਜਿੱਤ ਨਹੀਂ ਸਕਦਾ। ਇੱਕ ਹੋਰ ਅਰਥ ਕੀਤਾ ਸੀਗਾ, ਭਾਵ ਜਿਹਨੂੰ ਕੋਈ ਕੱਟ ਨਹੀਂ ਸਕਦਾ, ਪਰਮਾਤਮਾ ਕੱਟਣ ਤੋਂ ਰਹਿਤ ਹੈ। ਅਗਾਧੇ, ਅਗਾਧ ਆ ਗਿਆ ਫਿਰ ਉਹੀ ਕਿ ਜਿਹਦਾ ਕਹਿ ਸਕਦੇ ਹਾਂ ਜਿਹਦਾ ਜਿਹੜਾ ਸੁਭਾਅ ਹੈ ਉਹ ਬਹੁਤ ਹੀ ਗਹਿਰ ਗੰਭੀਰ ਹੈ, ਬਹੁਤ ਹੀ ਡੂੰਘਾਈ ਵਾਲਾ ਸੁਭਾਅ ਹੈ। ਸੁਭੰਗ ਸਰਬ ਭਾਗੇ, ਸੁਭੰਗ ਸਰਬ ਭਾਗੇ, ਜੋ ਪਰਮਾਤਮਾ ਹੈ ਸੁਭੰਗ ਭਾਵ ਸੋਹਣਾ, ਸਰਬ ਭਾਵ ਕਹਿ ਸਕਦੇ ਹਾਂ ਕਿ ਸਭ ਦੇ ਵਾਸਤੇ, ਭਾਗੇ ਭਾਗ ਜਿਹੜਾ ਪਰਮਾਤਮਾ ਦਾ ਜਿਹੜਾ ਹੈ ਭਾਗ ਨੇ, ਭਾਵ ਉਹਦੇ ਜਿਹੜੇ ਹਿੱਸੇ ਹਨ, ਭਾਵ ਜੋ ਵੀ ਕਹਿ ਸਕਦੇ ਹਾਂ ਕਿ ਜੋ ਪਰਮਾਤਮਾ ਦੇ ਹਿੱਸੇ ਹਨ ਉਹ ਬਹੁਤ ਹੀ ਸੋਹਣੇ ਹਨ। ਕਿਉਂਕਿ ਅਗਰ ਵੇਖਿਆ ਜਾਏ, ਅਗਰ ਕੁਦਰਤ ਵੱਲ ਥੋੜਾ ਜਿਹਾ ਅਸੀਂ ਧਿਆਨ ਦਈਏ ਤੇ ਕਿਤੇ ਨਾ ਕਿਤੇ ਹਰ ਇੱਕ ਵਿੱਚ ਉਹਦੀ ਅੰਸ਼ ਜਿਹੜੀ ਹੈ ਮੌਜੂਦ ਹੈ। ਤੇ ਅਗਰ ਕਿਤੇ ਅਸੀਂ ਇਹ ਨਜ਼ਰੀਆ ਰੱਖ ਕੇ ਕੁਦਰਤ ਵੱਲ ਝਾਤ ਮਾਰਾਂਗੇ ਫਿਰ ਸਾਨੂੰ ਸਮਝ ਆਏਗਾ ਕਿ ਪਰਮਾਤਮਾ ਜਿਹੜਾ ਹੈ ਉਹ ਸੱਚ ਵਿੱਚ ਅਸੀਂ ਉਸ ਨੂੰ ਵੇਖ ਸਕਦੇ ਹਾਂ। ਉਹ ਸਾਡੇ ਤੋਂ ਬਹੁਤ ਦੂਰ ਨਹੀਂ, ਬਸ ਜਿਹੜੀ ਸਾਡੇ ਕੋਲ ਉਹ ਅਜਿਹੀਆਂ ਅੱਖਾਂ ਨਹੀਂ ਹਨ ਜਿਸ ਨਾਲ ਉਸਦੇ ਜਿਹੜੇ ਆ ਦਰਸ਼ਨ ਦਿਦਾਰੇ ਹੋ ਸਕੇ, ਨਹੀਂ ਤਾਂ ਉਹ ਤੇ ਹਰ ਇੱਕ ਵਿੱਚ ਵਸ ਰਹੇ ਆ ਤੇ ਕਮੀ ਸਾਡੀ ਵਿੱਚ ਹੀ ਆ। ਤੇ ਅਸੀਂ ਵੇਖ ਸਕਦੇ ਹਾਂ ਕਿੰਨੇ ਸੋਹਣੇ ਨਜ਼ਾਰੇ ਕੁਦਰਤ ਦੇ ਜਿਹੜੇ ਆ ਉਹ ਬਖਸ਼ੇ ਹੋਏ ਆ, ਤੇ ਹਰ ਇੱਕ ਜਿਹੜਾ ਕਹਿ ਸਕਦੇ ਹਾਂ ਕੁਦਰਤ ਵਿੱਚ ਉਹ ਆਪ ਵਸਿਆ ਹੋਇਆ, ਉਹਦਾ ਹੀ ਅੰਸ਼ ਹੈ ਇਹ ਕੁਦਰਤ ਜਿਹੜੀ ਹੈ। ਸੁਭੰਗ ਸਰਬ ਭਾਗੇ, ਸੁਭੰਗ ਭਾਵ ਸੋਹਣੇ, ਸਰਬ ਭਾਗੇ ਭਾਵ ਉਹਦੇ ਜਿੰਨੇ ਵੀ ਭਾਗ ਹਨ, ਜਿੰਨੇ ਵੀ ਉਹਦੇ ਹਿੱਸੇ ਹਨ, ਜੋ ਸਾਨੂੰ ਕਹਿ ਸਕਦੇ ਹਾਂ ਕਿ ਆਪਾਂ ਕੁਦਰਤੀ ਤੌਰ ਤੇ ਆਪਾਂ ਦੇਖ ਸਕਦੇ ਹਾਂ, ਉਹ ਸਾਰੇ ਹੀ ਬਹੁਤ ਸੋਹਣੇ ਹਨ। ਸੁਸਰਬਾ ਅਨੁਰਾਗੇ, ਸੁਭਾਵ ਜੋ ਸਰਬਾ ਜੋ ਸਭ ਨੂੰ, ਸਰਬਾ ਭਾਵ ਸਭ ਨੂੰ, ਅਨੁਰਾਗੇ ਭਾਵ ਅਨੁਰਾਗ ਤੋਂ ਭਾਵ ਹੈ ਪਿਆਰ ਕਰਨ ਵਾਲਾ। ਤੇ ਜੋ ਪਰਮਾਤਮਾ ਹੈ ਉਹ ਸਭ ਨੂੰ ਜਿਹੜਾ ਹੈ ਉਹ ਇੱਕ ਸਮਾਨ, ਇੱਕਸਾਰ ਜਿਹੜਾ ਹੈ ਪਿਆਰ ਕਰਦਾ ਹੈ। ਤ੍ਰਿਭੁਗਤ ਸਰੂਪ ਹੈ, ਤ੍ਰਿਭੁਗਤ ਭਾਵ ਤਿੰਨੋਂ ਲੋਕਾਂ ਵਿੱਚ ਜਿਹੜਾ ਕਹਿ ਸਕਦੇ ਹਾਂ ਕਿ ਅਗਰ ਭੁਗਤ, ਇੱਥੇ ਜਿਹੜਾ ਭੁਗਤਣ ਦਾ ਇੱਕ ਹੋਰ ਮੀਨਿੰਗ ਹੁੰਦਾ ਹੈ
कि जो कह सकते हैं कि ਅਸੀਂ ਕੁਝ ਭੁਗਤਦੇ ਹਾਂ, ਭਾਵ ਅਗਰ ਮੰਨ ਲਵੋ ਕੁਝ ਖਾਣ ਦਾ ਪਦਾਰਥ ਹੈ ਉਹਨੂੰ ਅਸੀਂ ਭੁਗਤਦੇ ਹਾਂ ਨਾ, ਜਾਂ ਫਿਰ ਜੋ ਸਾਡੇ ਕਰਮ ਆ ਉਹਨੂੰ ਵੀ ਅਸੀਂ ਭੁਗਤ ਰਹੇ ਹਾਂ ਨਾ। ਇਸ ਤਰੀਕੇ ਦੇ ਨਾਲ ਤ੍ਰਿਭੁਗਤ ਭਾਵ ਤਿੰਨੋਂ ਲੋਕਾਂ ਦਾ ਕਹਿ ਸਕਦੇ ਹਾਂ ਭੁਗਤਨਯੋਗ, ਤਿੰਨੋਂ ਲੋਕਾਂ ਲਈ ਭੁਗਤਨਯੋਗ ਸਰੂਪ ਹੈ, ਭਾਵ ਉਹ ਜੋ ਪਰਮਾਤਮਾ ਹੈ ਤਿੰਨੋਂ ਲੋਕਾਂ ਲਈ ਭੁਗਤਨਯੋਗ ਹੈ। यानी कि इन शॉर्ट कह सकते हैं ਇਹਦਾ ਜਿਹੜਾ ਪਾਵਰ ਬਣ ਜਾਏਗਾ, यानी कि ਦਾਤਾ ਦੇਣ ਵਾਲਾ, ਜੋ ਭੁਗਤਨ ਯੋਗ ਜਿਹੜੀਆਂ ਦਾਤਾ ਹੁੰਦੀਆਂ ਉਹ ਦਾਤਾ ਦੇਣ ਵਾਲਾ ਵੀ ਉਹ ਆਪ ਅਕਾਲ ਪੁਰਖ ਹੈ, ਉਹਦਾ ਜਿਹੜਾ ਸਰੂਪ ਹੈ। ਅਛਿਜ ਹੈ, ਅਛੂਤ ਹੈ। ਅਛਿਜ ਇਹ ਪਹਿਲੇ ਵੀ ਆਇਆ ਸੀਗਾ ਸ਼ਬਦ ਜਿਹੜਾ ਛਿਜ ਭਾਵ ਜਿਵੇਂ ਕੱਪੜਾ ਛਿਜ ਜਾਂਦਾ ਹੈ ਨਾ, ਪੁਰਾਣਾ ਹੋ ਜਾਂਦਾ ਹੈ, ਤੇ ਛਿਜ ਜਾਂਦਾ ਹੈ ਪੁਰਾਣਾ ਹੋ ਕੇ ਧੀਰੇ ਧੀਰੇ ਲੀਰੋ ਲੀਰ ਹੋਣ ਲੱਗ ਜਾਂਦਾ ਹੈ, ਫਟ ਜਾਂਦਾ ਹੈ। ਲੇਕਿਨ ਜੋ ਪਰਮਾਤਮਾ ਹੈ ਉਹ ਕਦੇ ਪੁਰਾਣਾ ਨਹੀਂ ਹੁੰਦਾ, ਤੇ ਉਹ ਕਹਿ ਸਕਦੇ ਹਾਂ ਭਾਵ ਅਰਥ ਇਹਦਾ ਬਣ ਜਾਏਗਾ ਕਿ ਉਹ ਨਸ਼ਟ ਨਹੀਂ ਹੋ ਸਕਦਾ, ਉਹਨੂੰ ਕਹਿ ਸਕਦੇ ਹਾਂ ਕਿ ਨਾਸ਼ ਨਹੀਂ ਕੀਤਾ ਜਾ ਸਕਦਾ, ਉਹ ਨਾਸ਼ ਤੋਂ ਰਹਿਤ ਹੈ ਕਿਉਂਕਿ ਉਹ ਪੁਰਾਣਾ ਨਹੀਂ ਹੁੰਦਾ, ਛਿਜਦਾ ਨਹੀਂ ਹੈ। ਅਛੂਤ ਹੈ, ਉਹਨੂੰ ਕਹਿ ਸਕਦੇ ਹਾਂ ਕਿ ਵੀ ਪਰਮਾਤਮਾ ਨੂੰ ਛੂਹਣ ਤੋਂ ਰਹਿਤ ਹੈ ਪਰਮਾਤਮਾ, ਉਹਨੂੰ ਕੋਈ ਐ ਨਹੀਂ ਕਿ ਜਾ ਕੇ ਹਾਂ ਜਿਵੇਂ ਅਸੀਂ ਕਿ ਅਗਰ ਕੋਈ ਸਰੀਰ ਹੈ ਤਾਂ ਉਹਨੂੰ ਤੇ ਛੂਹ ਸਕਦੇ ਹਾਂ, ਪਰ ਜੋ ਪਰਮਾਤਮਾ ਹੈ ਉਸ ਨੂੰ ਕਹਿ ਸਕਦੇ ਹਾਂ ਕਿ ਅਸੀਂ ਇੱਕ ਉਹਦੀ ਕਹਿ ਸਕਦੇ ਹਾਂ ਉਹਦੀ ਹੋਂਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਪੰਜ ਭੂਤਕ ਸਰੀਰ ਤੋਂ ਪਰੇ ਹੈ। ਕਿ ਨਰਕੰ ਪ੍ਰਣਾਸ ਹੈ, ਜੋ ਪਰਮਾਤਮਾ ਹੈ ਉਹ ਨਰਕਾਂ ਨੂੰ ਪ੍ਰਣਾਸ ਭਾਵ ਨਾਸ ਕਰਨ ਵਾਲਾ ਹੈ। ਕਿ ਭਾਵ ਜੋ ਨਰਕੰ ਭਾਵ ਨਰਕ, ਪ੍ਰਣਾਸ ਹੈ ਭਾਵ ਜੋ ਨਾਸ ਕਰਨ ਵਾਲਾ ਹੈ। ਤੇ ਇੱਥੇ ਹੁਣ ਅਗਰ ਨਰਕ ਆਇਆ ਤਾਂ ਥੋੜਾ ਜਿਹਾ ਆਪਾਂ ਨਰਕ ਦੇ ਬਾਰੇ ਵੀ ਅਸੀਂ ਗੱਲ ਕਰ ਸਕਦੇ ਹਾਂ ਕਿ ਕੋਈ ਇੱਕ ਖਾਸ ਥਾਂ ਨਹੀਂ ਹੈ ਕਿ ਹਾਂ ਵੀ ਕੋਈ ਨਰਕ ਜਿੱਥੇ ਹੈ ਜਾਂ ਕੋਈ ਸਵਰਗ ਦੀ ਕੋਈ ਥਾਂ ਬਣਾਈ ਹੋਈ ਹੈ, ਜੇ ਕੁਝ ਨਹੀਂ ਹੈ। ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਈ ਸਾਇੰਸ ਨੇ ਇੰਨੀ ਖੋਜ ਕਰ ਲਿੱਤੀ ਹੈ, ਤੇ ਅਗਰ ਕਿਤੇ ਨਰਕ ਕੋਈ ਬਣਿਆ ਹੁੰਦਾ, ਸਵਰਗ ਬਣਿਆ ਹੁੰਦਾ ਤਾਂ ਸ਼ਾਇਦ ਉਹ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ। ਤੇ ਇਹ ਕੀ ਹੈ ਜੀ, ਇਹ ਨਰਕ ਕੀ ਹੈ ਕਿ ਅਜਿਹੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਜਿਹਦੇ ਵਿੱਚ ਹਰ ਇੱਕ ਕਾਰਨ ਕੋਈ ਵੀ ਕਾਰਨ ਬਣ ਜਾਂਦਾ ਤੇ ਜੀਵ ਨੂੰ ਕਿਤੇ ਨਾ ਕਿਤੇ ਦੁੱਖ ਮਿਲਦੇ ਰਹਿੰਦੇ ਆ, ਮਤਲਬ ਉਹ ਕੋਈ ਨਾ ਕੋਈ ਕਾਰਨ ਬੰਦਾ ਹੀ ਰਹਿੰਦਾ। ਚੰਗਾ ਭਲਾ ਬੰਦਾ ਵੀ ਕਹਿ ਸਕਦੇ ਆ ਕਿ ਘਰ ਬੈਠਾ ਵੀ ਦੁਖੀ ਹੈ ਤੇ ਉਹਦੇ ਲਈ ਨਰਕ ਹੀ ਹੈ, ਤੇ ਉਹ ਹੁਣ ਭਾਵੇਂ ਕਿੱਥੇ ਵੀ ਜਾਏ ਉਹ ਕਹਿ ਸਕਦੇ ਕਿ ਉਹ ਨਰਕ ਹੀ ਜਿਹੜਾ ਹੈ, ਨਰਕ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ, ਜੋ ਦੁੱਖ ਹੀ ਦੁੱਖ ਜਿਹੜਾ ਚੱਲ ਰਿਹਾ। ਤੇ ਇਸੇ ਤਰੀਕੇ ਨਾਲ ਨਰਕੰ ਕਿ ਨਰਕੰ ਤੇ ਅਜਿਹੇ ਨਰਕ ਨੂੰ ਭਾਵ ਜੋ ਹਮੇਸ਼ਾ ਹੀ ਕਹਿ ਸਕਦੇ ਹਾਂ ਕਿ ਜੋ ਦੁਖੀ ਰਹਿੰਦੇ ਆ ਲੋਕ, ਤੇ ਉਹ ਉਹਨਾਂ ਦੇ ਦੁੱਖਾਂ ਨੂੰ, ਉਹਨਾਂ ਦੇ ਨਰਕ ਨੂੰ ਨਾਸ਼ ਕਰਨ ਵਾਲਾ ਹੈ ਪਰਮਾਤਮਾ। ਪ੍ਰਿਥਿਊਲ ਪ੍ਰਵਾਸ ਹੈ, ਧਰਤੀ ਤੇ ਵੀ ਉਹਦਾ ਹੀ ਵਾਸਾ ਹੈ। ਪ੍ਰਿਥਿਊਲ ਭਾਵ ਪ੍ਰਿਥਵੀ ਧਰਤੀ, ਤੇ ਧਰਤੀ ਤੇ ਵੀ ਵਾਸ ਕਰਨ ਵਾਲਾ ਵੀ ਉਹ ਆਪ ਅਕਾਲ ਪੁਰਖ ਪਰਮਾਤਮਾ ਹੈ। ਨਿਰੁਕਤ ਪ੍ਰਵਾਹ ਹੈ, ਨਿਰਜਮਾ ਉਕਤ, ਜਿਵੇਂ ਕਿ ਇਹ ਸ਼ਬਦ ਜਿਹੜਾ ਹੈ ਪਹਿਲੇ ਵੀ ਆਇਆ ਸੀਗਾ, ਯਾਨੀ ਕਿ ਉਕਤ ਤੋਂ ਰਹਿਤ, ਕਥਨ ਤੋਂ ਰਹਿਤ, ਬਿਆਨ ਕਰਨ ਤੋਂ ਰਹਿਤ। ਪ੍ਰਵਾਹ ਹੈ ਉਹਦੀ ਜਿਹੜੀ ਆਭਾ ਹੈ, ਉਹਦੀ ਜਿਹੜੀ ਸੋਭਾ ਹੈ, ਜਿਹੜੀ ਵਡਿਆਈ ਹੈ, ਉਹ ਕਥਨ ਤੋਂ ਪਰੇ ਹੈ। ਸदैवं ਸਦਾ ਹੈ, ਸदैवं ਭਾਵ ਹਮੇਸ਼ਾ, ਸਦਾ ਵੀ ਜਿਹੜਾ ਅਰਥ ਹੈ ਉਹਦਾ ਬੰਦਾ ਹੈ ਹਮੇਸ਼ਾ, ਤੇ ਇਹਦਾ ਜਿਹੜਾ ਤੁਕ ਦਾ ਅਰਥ ਬਣ ਜਾਏਗਾ ਜੋ ਸਦਾ ਸਦਾ ਹੈ, ਜੋ ਪਰਮਾਤਮਾ ਜਿਹੜਾ, ਕਿਉਂਕਿ ਉਹ ਹਮੇਸ਼ਾ ਲਈ ਹੀ ਹੈ। ਤੇ ਵਿਭੁਗਤ, ਵਿਭੁਗਤ ਸਰੂਪ ਹੈ, ਵਿਭੁਗਤ ਸਰੂਪ ਹੈ, ਵਿਭੁਗਤ ਸਰੂਪ ਹੈ। ਜੋ ਪਰਮਾਤਮਾ ਹੈ ਉਹ ਕਹਿ ਸਕਦੀ ਹੈ ਕਿ ਉਹਦਾ ਜਿਹੜਾ ਸਰੂਪ ਹੈ ਉਹ ਉਹਦੀ ਜਿਹੜੀ ਅੰਸ਼ ਉਹ ਹਰ ਇੱਕ ਵਿੱਚ ਜਿਹੜੀ ਹੈ ਵਿਆਪਕ ਹੈ। ਵਿਭੁਗਤ ਭਾਵ ਮਿਲਿਆ ਹੋਇਆ, ਤੇ ਉਹਦਾ ਜਿਹੜਾ ਸਰੂਪ ਹੈ ਹਰ ਇੱਕ ਵਿੱਚ ਜਿਹੜਾ ਮਿਲਿਆ ਹੋਇਆ ਹੈ, ਉਹਦੀ ਜਿਹੜੀ ਅੰਸ਼ ਹੈ। ਤੇ ਪ੍ਰਜੁਗਤ ਅਨੂਪ ਹੈ, ਤੇ ਉਹ ਹਰ ਇੱਕ ਜਿਹੜੀ ਸੰਸਾਰਕ ਜੁਗਤੀ ਹੈ, ਜੋ ਤਰੀਕੇ ਹਨ ਉਸ ਤੋਂ ਪਰੇ ਹੈ ਤੇ ਅਨੂਪ ਹੈ, ਕਿਉਂਕਿ ਕਿਸੇ ਵੀ ਸੰਸਾਰਕ ਜੁਗਤੀ ਜਾਂ ਤਰੀਕੇ ਦੇ ਨਾਲ ਉਹਨੂੰ ਵਸ ਨਹੀਂ ਕੀਤਾ ਜਾ ਸਕਦਾ। ਉਹ ਸਿਰਫ ਤੇ ਸਿਰਫ ਭਗਤੀ ਦੇ ਵਸ ਵਿੱਚ ਹੈਗਾ ਹੈ, ਉਸ ਤੋਂ ਇਲਾਵਾ ਕਿਸੇ ਹੋਰ ਜੁਗਤੀ ਦੇ ਵਸ ਵਿੱਚ ਨਹੀਂ ਹੈ, ਇਸ ਲਈ ਉਹ ਪ੍ਰਜੁਗਤ ਹੈ। ਤੇ ਪ੍ਰਜੁਗਤ ਅਨੂਪ ਹੈ, ਅਨੂਪ ਜਿਹੜਾ ਸ਼ਬਦ ਪਹਿਲੇ ਵੀ ਆ ਚੁੱਕਾ ਹੈ, ਜਿਹੜਾ ਉਪਮਾ ਤੋਂ ਰਹਿਤ ਹੈ, ਜਿਹਦੀ ਕੋਈ ਉਪਮਾ ਨਹੀਂ ਕਰ ਸਕਦੇ। ਨਿਰੁਕਤ ਸਦਾ ਹੈ, ਨਿਰੁਕਤ ਇੱਕ ਵਾਰ ਫਿਰ ਆ ਗਿਆ, ਤੇ ਉਹੀ ਨਿਰਜਮਾ ਉਕਤ ਭਾਵ ਜਿਹਦੇ ਹੀ ਕਹਿ ਸਕਦੇ ਉਕਤ ਨਹੀਂ ਕਰ ਸਕਦੇ, ਜਿਸਨੂੰ ਕਥਨ ਨਹੀਂ ਕਰ ਸਕਦੇ, ਬਿਆਨ ਨਹੀਂ ਕਰ ਸਕਦੇ। ਨਿਰੁਕਤ ਸਦਾ ਹੈ, ਤੇ ਉਹ ਹਮੇਸ਼ਾ ਲਈ ਹੈ, ਸਦਾ ਹੈ,
ਤੇ ਵਿਭੁਗਤ ਜਿਹੜਾ ਹੈ, ਵਿਭੁਗਤ ਜੋ ਕਹਿ ਸਕਦੇ ਹਾਂ ਕਿ ਜੋ ਵੀ ਅਸੀਂ ਭੁਗਤ ਰਹੇ ਹਾਂ, ਕਿ ਜੋ ਵੀ ਅਸੀਂ ਧਨ ਦੌਲਤ ਜਾਂ ਦੁਨਿਆਵੀ ਤੌਰ ਤੇ ਜੋ ਵੀ ਚੀਜ਼ਾਂ ਭੁਗਤ ਰਹੇ ਹਾਂ, ਉਹ ਹਰ ਇੱਕ ਜਿਹੜੀ ਕਿੱਥੋਂ ਆ ਰਹੀ ਹੈ, ਪਰਮਾਤਮਾ ਵੱਲੋਂ ਆ ਰਹੀ ਹੈ ਤੇ ਹਰ ਇੱਕ ਵਿੱਚ ਉਹ ਆਪ ਮਿਲਿਆ ਹੋਇਆ ਹੈ ਤੇ ਪ੍ਰਭਾ ਹੈ ਉਹਦੀ, ਜਿਹੜੀ ਕਹਿ ਸਕਦੇ ਹਾਂ ਪ੍ਰਭਾ ਵੀ ਆ ਚੁੱਕਾ ਹੈ। ਆਬਾ ਹੈ, ਸੋਭਾ ਹੈ, ਜਿਹੜੀ ਵਡਿਆਈ ਹੈ, ਉਹ ਕਹਿ ਸਕਦੇ ਹਾਂ ਕਿ ਪੂਰੇ ਸੰਸਾਰ ਵਿੱਚ ਜਿਹੜੀ ਹੈ ਉਹ ਮਿਲੀ ਹੋਈ ਹੈ। ਹਰ ਇੱਕ, ਅਗਰ ਕਹਿ ਸਕਦੇ ਹਾਂ ਕਿ ਅਗਰ ਕਿਸੇ ਜੀਵ ਨੂੰ ਵੀ ਕੋਈ ਵਡਿਆਈ ਮਿਲ ਰਹੀ ਹੈ ਤੇ ਇਹੀ ਸਮਝਣਾ ਚਾਹੀਦਾ ਕਿ ਉਹਦੇ ਵਿੱਚ ਜਿਹੜਾ ਪਰਮਾਤਮਾ ਬੈਠਾ ਹੈ ਉਸ ਨੂੰ ਹੀ ਅਸਲ ਵਿੱਚ ਵਡਿਆਈ ਜਿਹੜੀ ਹੈ ਉਹ ਮਿਲ ਰਹੀ ਹੈ। ਅਨੁਕਤ ਸਰੂਪ ਹੈ, ਅਨ ਜਮਾ ਉਕਤ, ਜਿਵੇਂ ਨਿਰੁਕਤ ਦਾ ਜਿਹੜਾ ਅਰਥ ਸੀਗਾ ਉਹੀ ਸੇਮ ਇਹਦਾ ਅਰਥ ਬਣ ਜਾਏਗਾ। ਜੋ ਉਕਤ ਭਾਵ ਕਥਨ ਬਿਆਨ ਕਰਨ ਤੋਂ ਪਰੇ ਹੈ, ਅਨੁਕਤ ਅਜਿਹਾ ਸਰੂਪ ਯਾਨੀ ਕਿ ਹਸਤੀ ਹੈ। ਪ੍ਰਜੁਗਤ ਅਨੂਪ ਹੈ, ਇਹ ਵੀ ਕੋਈ ਨਵੇਂ ਸ਼ਬਦ ਨਹੀਂ ਹਨ, ਇਹ ਵੀ ਆ ਚੁੱਕੇ ਹਨ। ਪ੍ਰਜੁਗਤ ਭਾਵ ਹਰ ਇੱਕ ਤਰੀਕੇ, ਹਰ ਇੱਕ ਜੁਗਤੀ ਤੋਂ ਪਰਮਾਤਮਾ ਜਿਹੜਾ ਹੈ ਉਹ ਪਰੇ ਹੈ ਤੇ ਉਹ ਸੋਭਾ ਤੋਂ ਰਹਿਤ ਹੈ। ਅਨੂਪ ਹੈ ਭਾਵ ਉਹਦੀ ਕੋਈ ਉਪਮਾ ਜਿਹੜਾ ਹੈ ਉਹ ਨਹੀਂ ਕਰ ਸਕਦਾ, ਕਿਉਂਕਿ ਉਹ ਇੰਨਾ ਸੋਹਣਾ ਸਰੂਪ ਵਾਲਾ ਹੈ। ਤੇ ਇੱਥੇ ਜਿਹੜਾ ਹੈ ਭਗਵਤੀ ਚੰਦ ਤਪਸਾਦ ਕਥਤੇ ਜਿਹੜਾ ਹੈ ਉਹਦੀ ਸਮਾਪਤੀ ਹੈ। ਫਿਰ ਜਲਦੀ ਆਪਾਂ ਇਸ ਤੋਂ ਬਾਅਦ ਜਿਹੜਾ ਚਾਤਰੀ ਛੰਦ ਹੈ ਉਸ ਦੇ ਵਿਚਾਰ ਨਾਲ ਆਪ ਜੀ ਦੇ ਸਨਮੁਖ ਹੋਵਾਂਗੇ ਜੀ। ਭੁੱਲਾ ਚੁੱਕਾ ਦੀ ਖਿਮਾ। ਅਗਰ ਆਪ ਜੀ ਦਾ ਕੋਈ ਸਵਾਲ ਹੋਏ ਤੇ ਬਿਲਕੁਲ ਆਪ ਜੀ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜੀ। ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਹਰ ਵਾਰੀ ਜਲਦ ਤੋਂ ਜਲਦ ਜਿਹੜਾ ਉਹ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਹੱਥ ਜੋੜ ਬੇਨਤੀ ਹੈ ਕਿ ਜਿਹੜੇ ਮੇਰੇ ਵੀਰ ਭੈਣ ਕਮੈਂਟ ਨਹੀਂ ਕਰਦੇ ਸੁਣ ਕੇ, ਉਹਨਾਂ ਨੂੰ ਬੇਨਤੀ ਹੈ ਕਿ ਜੋ ਆਪ ਜੀ ਨੂੰ ਦੱਸਿਆ ਗਿਆ ਹੈ ਕਿ ਅਗਰ ਆਪ ਜੀ ਨੇ ਵੀਡੀਓ ਸੁਣੀ ਹੈ ਤੇ ਜ਼ਰੂਰ ਇਸ ਦੇ ਬਾਰੇ ਆਪਣੇ ਜਿਹੜੇ ਵਿਚਾਰ ਆ ਉਹ ਕਮੈਂਟ 'ਚ ਲਿਖੋ ਤੇ ਇਸ ਨੂੰ ਪਹਿਲੇ ਆਪ ਸੁਣ ਲਈਏ, ਸਮਝ ਲਈਏ, ਉਹਦੇ ਬਾਅਦ ਜ਼ਰੂਰ ਜਦ ਆਪ ਜੀ ਨੂੰ ਸਮਾਂ ਮਿਲੇ ਇਸ ਨੂੰ ਸ਼ੇਅਰ ਵੀ ਆਪ ਜੀ ਕਰਕੇ ਜਿਹੜਾ ਆਪਣਾ ਹਿੱਸਾ ਜ਼ਰੂਰ ਪਾਓ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਤਿਹ ਬੁਲਾਇਓ ਜੀ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।